ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਗੌਰਵਜੀਤ। ਇਹ ਵੀਡੀਓ ਸਟੈਮ ਬੋਰਰ ਜਾਂ ਤਣਾ ਛੇਦਕ ਜਾਂ ਜਿਹਨੂੰ ਅਸੀਂ ਗੋਭ ਦੀ ਸੁੰਡੀ ਕਹਿੰਦੇ ਹਾਂ ਉਹਦੇ ਵਾਸਤੇ ਹੈ, ਉਹਦੇ ਬਾਰੇ ਹੈ। ਇਸ ਦੇ ਵਿੱਚ ਮੈਂ CPSS ਕੇਰਲਾ ਨਾਂ ਦੀ ਇੱਕ ਵੈੱਬਸਾਈਟ ਹੈ ਕੇਰਲਾ ਦੀ ਕਿਸਾਨਾਂ ਲਈ, ਉਹਦੀ ਸਹਾਇਤਾ ਨਾਲ ਗੱਲ ਕਰੂੰਗਾ। ਅਤੇ ਇਹਦੇ ਵਿੱਚ ਇੱਕ ਗੱਲ ਆਪਾਂ ਹੋਰ ਪਹਿਲਾਂ ਕਲੀਅਰ ਕਰ ਲਈਏ ਕਿ ਕਈ ਜਿਹੜੇ ਆਪਣੇ ਕਿਸਾਨ ਵੀਰ ਨੇ ਉਹ ਪੜ੍ਹਦੇ ਨਹੀਂ ਜਾਂ ਤਾਂ ਸਾਹਿਤ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਬਸ ਸਿਰਫ ਅਤੇ ਸਿਰਫ ਦੁਕਾਨਦਾਰ ਨਾਲ ਵਾਹ ਵਾਸਤਾ ਹੁੰਦਾ। ਕਿਉਂਕਿ ਅਸੀਂ ਖੇਤ ਦੇ ਵਿੱਚ ਇੱਕ ਲੈਬੋਰਟਰੀ ਵਾਂਗੂ ਕੰਮ ਕਰਦੇ ਹਾਂ, ਉਹ ਸਾਡੀ ਲੈਬ ਹੈ ਅਤੇ ਉਸ ਦੇ ਵਿੱਚ ਜਿਹੜਾ ਕੁਛ ਵੀ ਅਸੀਂ ਕਰਦੇ ਹਾਂ, ਜੋ ਅਸੀਂ ਉਹਦੇ 'ਚ ਰਸਾਇਣ ਪਾਉਂਦੇ ਹਾਂ, ਜਿਹੜੀਆਂ ਉਹਦੇ 'ਚ ਸਾਨੂੰ ਮੁਸ਼ਕਿਲਾਂ ਆ ਰਹੀਆਂ ਨੇ, ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਲਾਜ਼ਮੀ ਹੈ। ਅਤੇ ਗੱਲ ਇਹ ਵੀ ਨਹੀਂ ਕਿ ਇਹ 'ਤੇ ਕੰਮ ਨਹੀਂ ਹੋਇਆ, ਕੰਮ ਬਹੁਤ ਹੋਇਆ, ਲੋੜ ਹੈ ਪੜ੍ਹਨ ਦੀ। ਜਦੋਂ ਅਸੀਂ ਸਾਡੀ ਜਾਣਕਾਰੀ ਅਤੇ ਸਾਡੇ ਤਜਰਬੇ ਦੋਵਾਂ ਨੂੰ ਇਕੱਠੇ ਲੈ ਕੇ ਚੱਲਾਂਗੇ ਤਾਂ ਅਸੀਂ ਇੱਕ ਬਿਹਤਰ ਖੇਤੀ ਕਰ ਸਕਦੇ ਹਾਂ। ਤਾਂ ਇਹਦੀ ਸਹਾਇਤਾ ਨਾਲ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ ਹੈਗਾ ਇਹਦਾ ਅਡਲਟ ਜਾਂ ਮੌਥ ਗੋਹ ਵਾਲੀ ਸੁੰਡੀ ਦਾ ਭਮੱਕੜ। ਮਾਦਾ ਭਮੱਕੜਾਂ ਦੇ ਖੰਭਾਂ ਦੇ ਉੱਤੇ 2 ਕਾਲੇ ਰੰਗ ਦੇ ਨਿਸ਼ਾਨ ਹੋਣਗੇ। ਇਹ ਬੈਚਿਸ ਜਾਂ ਸਮੂਹ ਦੇ ਵਿੱਚ ਆਂਡੇ ਦਿੰਦੀ ਹੈ, ਜਿਹੜੇ ਕਿ 5 ਤੋਂ 10 ਦਿਨ ਦੇ ਵਿੱਚ ਬਾਹਰ ਨਿਕਲ ਆਉਂਦੇ ਨੇ। ਆਂਡਿਆਂ ਦੇ ਵਿੱਚੋਂ ਛੋਟੀਆਂ ਸੁੰਡੀਆਂ ਨਿਕਲਦੀਆਂ ਨੇ ਅਤੇ ਜਿਹੜੀਆਂ ਅੱਗੇ ਦੇ ਤਣੇ ਦੇ ਵਿੱਚ ਛੇਦ ਕਰਦੀਆਂ ਨੇ, ਅਤੇ ਉੱਥੇ ਇਹਦੀ ਜਿਹੜੀ ਅਗਲੀ ਸਟੇਜ ਹੈ ਆਂਡੇ ਤੋਂ, ਆਹ ਦੇਖੋ ਸਾਹਮਣੇ ਆਹ ਸੁੰਡੀ ਬਣ ਗਈ, ਇਹ ਤਣੇ ਦੇ ਵਿੱਚ ਜਾਊਗੀ। ਤਣੇ ਦੇ ਵਿੱਚ ਜਾ ਕੇ ਫਿਰ ਇਹ ਪਹਿਲਾਂ ਲਾਰਵਾ ਅਤੇ ਫਿਰ ਪਿਊਪਾ ਦੇ ਵਿੱਚ ਤਬਦੀਲ ਹੋ ਜੂਗੀ। ਆਹ ਦੇਖੋ, ਆਹ ਤਣੇ ਦੇ ਵਿੱਚ ਇਹ ਆਹ ਜਿਹੜੇ ਛੇਦ ਦਿਖਾਈ ਦੇ ਰਹੇ ਨੇ, ਇੱਥੋਂ ਤਣੇ ਦੇ ਵਿੱਚ ਜਾਊਗੀ ਅਤੇ ਫਿਰ ਤਣੇ ਦੇ ਵਿੱਚ ਹੀ ਇਹ ਫੀਡ ਕਰੂਗੀ ਅਤੇ ਉੱਥੇ ਹੀ ਪਿਊਪਾ ਜਿਹੜੀ ਅਗਲੀ ਸਟੇਜ ਹੈ ਉਹ ਬਣਾਊਗੀ। ਇਸੇ ਦੌਰਾਨ ਹੀ ਇਹ ਜਿਹੜੀ ਗੋਭ ਹੈ ਉਸ ਨੂੰ ਕੱਟ ਦਿੰਦੀ ਹੈ ਅਤੇ ਗੋਭ ਕੱਟਣ ਤੋਂ ਬਾਅਦ ਉੱਪਰ ਜਿਹੜੀ ਮੁੰਜਰ ਨਿਕਲਦੀ ਹੈ ਉਹ ਖਾਲੀ ਨਿਕਲਦੀ ਹੈ ਜਾਂ ਸਫੇਦ ਬਣ ਜਾਂਦੀ ਹੈ, ਜਾਂ ਜਿਹੜੀ ਗੋਭ ਹੈ ਉਹ ਆਪਾਂ ਨੂੰ ਸੁੱਕੀ ਹੋਈ ਦਿਖਾਈ ਦਿੰਦੀ ਹੈ। ਜਦੋਂ ਆਪਾਂ ਉਹਨੂੰ ਹੱਥ ਨਾਲ ਖਿੱਚਦੇ ਹਾਂ ਅਤੇ ਉਹ ਜਿਹੜੀ ਗੋਭ ਆ ਉਹ ਹੱਥ ਨਾਲ ਹੀ ਬਾਹਰ ਆ ਜਾਂਦੀ ਹੈ। ਨਾਲ ਇਹਦੇ ਹਰੇਕ ਸਟੇਜ ਦੇ ਚਿੱਤਰ, ਇਹਦਾ ਨੁਕਸਾਨ, ਇਹ ਸਾਰਾ ਆਪਾਂ ਨੂੰ ਦਿਖਾਈ ਦੇ ਰਿਹਾ। ਆਹ ਦੇਖੋ, ਇਹ ਜੇ ਆਪਾਂ ਗਿਣਤੀ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਇਹ ਦਿਖਾਈ ਦੇ ਰਹੇ ਨੇ ਸਾਨੂੰ ਇਹਦੇ ਭਮੱਕੜ। ਇਸ ਤੋਂ ਅੱਗੇ ਆਪਾਂ ਦੇਖਾਂਗੇ ਇਹਦੇ ਆਂਡੇ। ਆਹ ਦੇਖੋ, ਇਹ ਪੂਰੇ ਸਮੂਹ ਦੇ ਵਿੱਚ ਦਿੰਦੀ ਹੈ, ਜਿਹੜੇ ਕਿ ਇਸ ਤਰੀਕੇ ਨਾਲ ਢਕੇ ਹੁੰਦੇ ਨੇਗੇ ਅਤੇ ਜਿਸ ਦੇ ਵਿੱਚੋਂ ਛੋਟੇ ਕੈਟਰਪਿਲਰ ਜਾਂ ਸੁੰਡੀਆਂ ਨਿਕਲਦੀਆਂ ਨੇ, ਜਿਹੜੀਆਂ ਅੱਗੇ ਜਿਹੜਾ ਸਟੈਮ ਹੈ ਜਾਂ ਜਿਹੜਾ ਤਣਾ ਹੈ ਉਹਦੇ 'ਤੇ ਹਮਲਾ ਕਰਦੀਆਂ। ਇਹਦੀ ਅਗਲੀ ਸਟੇਜ ਫਿਰ ਆਹ ਦੇਖੋ ਸਕਰੀਨ 'ਤੇ ਦਿਖਾਈ ਦੇ ਰਹੀ ਹੈ। ਇਹ ਅਗਲੀ ਸਟੇਜ ਦੇ ਵਿੱਚ ਜਦੋਂ ਇਹ ਤਣੇ ਦੇ ਵਿੱਚ ਜਾ ਵੜਦੀ ਹੈ, ਫਿਰ ਇਹ ਜੜ੍ਹਾਂ ਤੱਕ ਤਣੇ ਨੂੰ ਖਾਲੀ ਕਰ ਦਿੰਦੀ ਹੈ ਅਤੇ ਇਸ ਤਰੀਕੇ ਨਾਲ ਅੱਗੇ ਜਿਹੜੀ ਇਹਦੀ ਮੁੰਜਰ ਹੈ ਜਾਂ ਜਿਹੜੀ ਬੱਲੀ ਬਣਦੀ ਹੈ ਉਹ ਚਿੱਟੀ ਨਿਕਲਦੀ ਹੈ। ਅਤੇ ਆਹ ਇਹਦਾ ਸਮੁੱਚਾ ਜਿਹੜਾ ਲਾਈਫ ਸਾਈਕਲ ਹੈ। ਫੀਮੇਲ ਅਤੇ ਮੇਲ ਦਿਖਾਈ ਦੇ ਰਹੇ ਨੇ, ਫਿਰ ਇਹ ਆਂਡੇ ਐਗਮਾਸ, ਫਿਰ ਲਾਰਵਾ ਬਣਦਾ, ਲਾਰਵੇ ਤੋਂ ਫਿਰ ਇਹ ਪਿਊਪਾ ਬਣਦਾ, ਪਿਊਪੇ ਤੋਂ ਫਿਰ ਇਹ ਮੇਲ ਅਤੇ ਫੀਮੇਲ ਬਣਦੇ ਨੇ। ਇਹ ਪੂਰੀ ਇਹਦੀ ਜਿਹੜਾ ਜ਼ਿੰਦਗੀ ਦਾ ਚੱਕਰ ਹੈ, ਇਸ ਤਰੀਕੇ ਨਾਲ ਇਹ ਫਿਰ ਫੀਮੇਲ ਆਂਡੇ ਦਿੰਦੀ ਹੈ ਅਤੇ ਆਂਡੇ ਤੋਂ ਫਿਰ ਅੱਗੇ ਲਾਰਵਾ, ਪਿਊਪਾ, ਮੇਲ, ਫੀਮੇਲ। ਅੱਗੇ ਆਪਾਂ ਸਿੰਪਟਮਸ ਜਾਂ ਲੱਛਣਾਂ ਦੀ ਗੱਲ ਕਰ ਲੈਂਦੇ ਹਾਂ। ਤਾਂ ਇਹ ਝੋਨੇ ਦੀ ਹਰੇਕ ਸਟੇਜ ਦੇ ਉੱਪਰ ਹਮਲਾ ਕਰਦੀ ਹੈ, ਸ਼ੁਰੂਆਤੀ ਦੌਰ ਤੋਂ ਲੈ ਕੇ। ਖਾਲੀ ਬੱਲੀਆਂ ਨਿਕਲਦੀਆਂ ਨੇ ਜਾਂ ਚਿੱਟੇ ਰੰਗ ਦੀਆਂ ਬੱਲੀਆਂ ਨਿਕਲਦੀਆਂ ਨੇ। ਹੱਥ ਨਾਲ ਖਿੱਚਣ 'ਤੇ ਗੋਭ ਜਾਂ ਬੱਲੀ ਹੈ ਜਿਹੜੀ ਉਹ ਬੜੀ ਆਸਾਨੀ ਨਾਲ ਬਾਹਰੇ ਆ ਜਾਂਦੀ ਹੈ, ਕਿਉਂਕਿ ਥੱਲੋਂ ਕੱਟੀ ਹੁੰਦੀ ਹੈ। ਇੱਕ ਜਿਹੜੀ ਇੱਥੇ ਗੱਲ ਕਰਨ ਵਾਲੀ ਅਤੇ ਸਮਝਣ ਵਾਲੀ ਹੈ ਉਹ ਇਹ ਹੈ ਕਿ ਰੇਨਫਾਲ ਯਾਨੀ ਕਿ ਵਰਖਾ ਅਤੇ ਤਾਪਮਾਨ ਨਾਲ ਇਹਦਾ ਸਿੱਧਾ ਸੰਬੰਧ ਹੈ। ਜੇ ਵਰਖਾ ਪੈਂਦੀ ਹੈ ਤਾਂ ਇਹਦੇ ਵਿੱਚ ਕਮੀ ਆਉਂਦੀ ਹੈ, ਜੇ ਤਾਪਮਾਨ ਵੱਧਦਾ ਹੈ ਤਾਂ ਇਹਦੇ ਵਿੱਚ ਵਾਧਾ ਹੁੰਦਾ। ਇਸ ਕਰਕੇ ਘੱਟ ਤਾਪਮਾਨ ਅਤੇ ਜਿਹੜੀ ਵਰਖਾ ਹੈ ਉਸ ਨਾਲ ਇਹਦਾ ਨੈਗੇਟਿਵ ਜਾਂ ਰਿਣਾਤਮਕ ਸੰਬੰਧ ਹੈ। ਹੁਣ ਅੱਗੇ ਆਉਂਦਾ ETL, ਇਕੋਨਮਿਕ ਥ੍ਰੈਸ਼ਹੋਲਡ ਲੈਵਲ, ਯਾਨੀ ਕਿ ਕਦੋਂ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਪਹਿਲਾਂ ਗੱਲ ਕਰ ਲੈਂਦੇ ਹਾਂ ਮਿਡ ਟਿਲਰਿੰਗ ਦੀ, ਜਿਹਦੇ 'ਚ ਜੇਕਰ 10% ਜਿਹੜੀਆਂ ਹੈਗੀਆਂ ਗੋਭਾ ਕੱਟੀਆਂ ਜਾਣ ਅਤੇ ਜਾਂ
ਇੱਕ ਜਿਹੜਾ ਅਡਲਟ ਹੈ ਜਾਂ ਜਿਹੜਾ ਭਮੱਕੜ ਹੈ ਉਹ ਹਰੇਕ ਸਕੁਅਰ ਮੀਟਰ ਦੇ ਵਿੱਚ ਆਪਾਂ ਨੂੰ ਦਿਸੇ। ਅਤੇ ਇਸ ਦੇ ਨਾਲ ਹੀ ਜਦੋਂ ਪੈਨਿਕਲ ਇਨੀਸ਼ੀਏਸ਼ਨ ਸਟੇਜ ਹੁੰਦੀ ਹੈ ਤਾਂ ਇਹਦੇ 'ਚ 1 ਐਗ ਮਾਸ ਯਾਨੀ ਕਿ ਇੱਕ ਆਂਡਿਆਂ ਦਾ ਜਿਹੜਾ ਸਮੂਹ ਹੈ 1 ਮੀਟਰ ਦੇ ਵਿੱਚ ਦਿਖੇ। ਅਤੇ ਫੁੱਲਾਂ ਦੀ ਅਤੇ ਉਸ ਤੋਂ ਬਾਅਦ ਯਾਨੀ ਕਿ ਬੂਰ ਪੈਣ ਤੋਂ ਬਾਅਦ ਦੀ ਜਿਹੜੀ ਸਟੇਜ ਹੈ ਤਾਂ ਇਹਦੇ 'ਚ ਜੇ ਸਾਨੂੰ 2% ਜਿਹੜੇ ਚਿੱਟੇ ਮੁੰਜਰਾਂ ਜਾਂ ਬੱਲੀਆਂ ਨੇ ਉਹ ਦਿਸਣ ਤਾਂ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਤਾਂ ਹੁਣ ਪ੍ਰਤੀਸ਼ਤ ਦਾ ਕੀ ਹਿਸਾਬ ਹੈ ਇਹਦੇ 'ਚ? ਜਿਵੇਂ ਮੈਂ ਪਿੱਛੇ ਵੀ ਇੱਕ ਵੀਡੀਓ ਪਾਈ ਸੀ ਤਾਂ ਉਹਦੇ ਵਿੱਚ ਆਪਾਂ 4047 ਸਕੁਅਰ ਮੀਟਰ ਇੱਕ ਜਿਹੜਾ ਏਕੜ ਦੇ ਵਿੱਚ ਰਕਬਾ ਹੁੰਦਾ ਅਤੇ 1 ਮੀਟਰ ਦੇ ਵਿੱਚ 30 ਆਪਾਂ ਜੇ ਝੋਨੇ ਦੇ ਬੂਟੇ ਲਾ ਕੇ ਚੱਲੀਏ ਤਾਂ ਆਪਾਂ ਗੁਣਾ ਕਰਕੇ ਉਸ ਤਰੀਕੇ ਨਾਲ ਉਹ ਕੱਢ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਕੰਟਰੋਲ ਮੇਜਰਸ, ਯਾਨੀ ਕਿ ਆਪਾਂ ਇਸ ਤੋਂ ਬਚਾਅ ਕਿਵੇਂ ਕਰ ਸਕਦੇ ਹਾਂ। ਤਾਂ ਪਹਿਲਾਂ ਕੁਛ ਬਾਇਓਲੋਜੀਕਲ ਤਰੀਕੇ, ਯਾਨੀ ਕਿ ਬਿਨਾਂ ਕਿਸੇ ਰਸਾਇਣ ਤੋਂ ਆਪਾਂ ਇਸ ਦੇ ਉੱਪਰ ਕਾਬੂ ਕਿਵੇਂ ਪਾ ਸਕਦੇ ਹਾਂ। ਤਾਂ ਇਹਦੇ ਵਿੱਚ ਇੱਕ ਤਾਂ ਸੈਕਸ ਫੈਰੋਮੋਨਸ ਹੁੰਦੇ ਨੇ, ਉਹਨਾਂ ਦੀ ਵਰਤੋਂ ਕਰ ਸਕਦੇ ਹਾਂ। ਅਤੇ ਆਹ ਦੇਖੋ, ਆਹ ਫੈਰੋਮੋਨ ਟਰੈਪ ਹੈ, ਇਹ 45 ਦਿਨ ਤੱਕ ਕੰਮ ਕਰਦਾ ਅਤੇ ਇਹ 6 ਤੋਂ 8 ਜਿਹੜੇ ਹੈਗੇ ਆਪਾਂ ਕਿੱਲੇ ਦੇ ਵਿੱਚ ਇਹਨੂੰ ਲਾ ਸਕਦੇ ਹਾਂ। ਇਸ ਤੋਂ ਅਗਲਾ ਤਰੀਕਾ ਇੱਕ ਐਗ ਕਾਰਡ ਆਉਂਦੇ ਨੇ ਜਿਹਦੇ ਵਿੱਚ ਟਰਾਈਕੋਗ੍ਰਾਮਾ ਜੈਪੋਨੀਕਮ, ਇਹ ਇੱਕ ਕਿਸਮ ਦੀ ਮੱਖੀ ਹੈ ਜਿਹੜੀ ਕਿ ਗੋਭ ਦੀ ਸੁੰਡੀ ਦੇ ਆਂਡੇ ਖਾ ਜਾਂਦੀ ਹੈ। ਤਾਂ ਇਹਦੇ ਵਿੱਚ ਸਾਨੂੰ 5 ਕਾਰਡ ਜਿਹੜੇ ਹੈਗੇ ਉਹ 1 ਹੈਕਟੇਅਰ ਯਾਨੀ ਕਿ 2 ਕਾਰਡ ਪ੍ਰਤੀ ਏਕੜ ਲਾਉਣੇ ਪੈਣਗੇ। ਫੈਰੋਮੋਨ ਟਰੈਪ ਅਤੇ ਐਗ ਕਾਰਡ ਆਪਾਂ ਔਨਲਾਈਨ ਲੈ ਸਕਦੇ ਹਾਂ। ਆਹ ਦੇਖੋ, ਜਿਵੇਂ ਟਰਾਈਕੋਗ੍ਰਾਮਾ ਦੇ 40 ਐਗ ਕਾਰਡ ਇਹਦੇ ਵਿੱਚ ਆਉਂਦੇ ਨੇ ਅਤੇ ਇਹਦੀ ਕੀਮਤ 800 ਰੁਪਏ ਹੈ। ਅਤੇ ਇਸ ਹਿਸਾਬ ਨਾਲ ਇਹ ਦੂਸਰੀਆਂ ਸਪਰੇਹਾਂ ਨਾਲੋਂ ਥੋੜ੍ਹਾ ਸਸਤਾ ਵੀ ਪੈਂਦਾ। ਹਜੇ ਇਹਨਾਂ ਤਰੀਕਿਆਂ ਉੱਤੇ ਮੈਂ ਤਜਰਬਾ ਨਹੀਂ ਕੀਤਾ, ਪਰੰਤੂ ਇਸ ਸਾਲ ਮੈਂ ਐਗ ਕਾਰਡ ਦੇ ਉੱਪਰ ਜ਼ਰੂਰ ਤਜਰਬਾ ਕਰੂੰਗਾ। PR 126 ਅਤੇ ਬਾਸਮਤੀ ਝੋਨੇ ਦੇ ਉੱਤੇ। ਅੰਤ ਵਿੱਚ ਆ ਗਿਆ ਆਪਣਾ ਤਰੀਕਾ, ਜਿਹਦੇ 'ਚ ਆਪਾਂ ਪਦਾਨ, ਫਲੂਵੈਂਡੀਮਾਈਡ, ਇੰਟੋਕਸੀਕਾਰਬ ਅਤੇ ਇਹਦੇ ਨਾਲ ਹੀ ਅੱਗੇ ਕੁਇਨਲ ਫੋਸ ਵੀ ਇਹਨਾਂ ਨੇ ਦਿੱਤੀ ਹੈ, ਕਾਰਬੋਸਲਫਾਨ ਵੀ ਦਿੱਤੀ ਹੈ ਅਤੇ ਕਾਰਬਰਲ ਵੀ ਦਿੱਤੀ ਹੈ। ਇਹਨਾਂ 'ਚੋਂ ਆਪਾਂ ਕੋਈ ਵੀ ਇੱਕ ਸਪਰੇਅ ਜਿਹੜੀ ਹੈਗੀ ਉਹ ਕਰ ਸਕਦੇ ਹਾਂ। ਅਤੇ ਵੱਖ-ਵੱਖ ਬ੍ਰਾਂਡਾਂ ਹੇਠ ਇਹ ਆਪਾਂ ਨੂੰ ਮਿਲਦੀਆਂ ਨੇ, ਜਿਵੇਂ ਫਲੂਵੈਂਡੀਮਾਈਡ ਆਮ ਤੌਰ 'ਤੇ ਪੰਜਾਬ ਦਾ ਕਿਸਾਨ ਅੱਜ ਕੱਲ੍ਹ ਕਾਫੀ ਕਰ ਰਿਹਾ, ਜਿਹਦੇ ਵਿੱਚ ਟਾਟਾ ਦੀ ਟਕੂਮੀ ਹੈ ਅਤੇ ਫੇਮ ਹੈ। ਇਸ ਤੋਂ ਇਲਾਵਾ ਪਦਾਨ 'ਚ ਤਾਂ ਕੇਲਡਾਨ, ਕਿਮਡਾਨ, ਹੋਰ ਕਾਫੀ ਕਰਕੇ ਪਿੱਛੇ ਡਾਨ ਲਿਖਿਆ ਹੁੰਦਾ, ਪਰ ਅਸਲਾਂ ਦੀਆਂ ਨਕਲਾਂ ਵੀ ਬਹੁਤ ਆ ਰਹੀਆਂ ਨੇ, ਤਾਂ ਉਹਨਾਂ ਤੋਂ ਥੋੜ੍ਹਾ ਸਾਵਧਾਨ ਰਹੋ। ਬਾਕੀ ਗਰੰਟੀਸ਼ੁਦਾ ਬ੍ਰਾਂਡ ਅਤੇ ਸਸਤਾ ਬ੍ਰਾਂਡ ਤੁਸੀਂ ਆਪਦੇ ਦੁਕਾਨਦਾਰ ਤੋਂ ਸਲਾਹ ਕਰਕੇ ਲੈ ਸਕਦੇ। ਅੱਜ ਲਈ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ ਜੀ ਦੇਖਣ ਲਈ, ਅਤੇ ਉਮੀਦ ਕਰਦਾ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਅੰਤ ਦੇ ਵਿੱਚ ਇੱਕ ਹੋਰ ਗੱਲ, ਮਨੁੱਖੀ ਸਿਹਤ ਲਈ ਭਾਵੇਂ ਅੱਜ ਆ ਜਾਈਏ, ਭਾਵੇਂ ਅੱਜ ਤੋਂ 2, 4, 5 ਸਾਲ ਨੂੰ ਆ ਜਾਈਏ, ਆਪਾਂ ਨੂੰ ਰਸਾਇਣਾਂ ਤੋਂ ਹਟ ਕੇ ਜਿਹੜਾ ਜੈਵਿਕ ਕੰਟਰੋਲ ਦਾ ਤਰੀਕਾ ਉਸ 'ਤੇ ਆਉਣਾ ਹੀ ਪੈਣਾ। ਸਤਿ ਸ਼੍ਰੀ ਅਕਾਲ।